पंजाबी नैशनल खबरां च आप सब नूं जी आया आखदे आ। आओ पहला झात पाउने आ अज दीआं खास खबरां ते। दीप सिद्धू नूं लाल किला हिंसा मामले च मिली जमानत। अदाकार सतीश कौल नूं अदाकारां अपणियां ते सरकार ने विसारिया। अंतिम अरदास मौके नहीं होया कोई भी शामिल। बरतानिया दे गृह मंत्री ने नीरव मोदी दी भारत हवालगी नूं दित्ती मंजूरी। अमरीका दे इंडियानापोलिस शहर च 19 साला हमलावर ने चलाईयां अन्नेवाह गोलियां, 4 सिखां समेत 8 लोकां दी मौत। कोरोना मामलिਆਂ 'ਚ पिछले एक हफ्ते तो मोहरी ਰਿਹਾ भारत, हर चौथा पीड़ित भारती। लाल किला हिंसा मामले विच दिल्ली पुलिस ਵੱਲੋਂ मुख दोषी वजों नामजद किए गए फिल्मी अदाकार दीप सिद्धू की जमानत हो गई है। 30 हजारी अदालत ने अज दीप सिद्धू ਨੂੰ 30,000 रुपए के जाती मुचलके ते जमानत दे दी है। दस दईए कि इस तो पहला सोमवार ਨੂੰ अदालत ने इस मामले विच फैसला राखवां रख लिया सी। जिक्रयोग है कि सिद्धू ਨੂੰ लाल किला हिंसा मामले ਅਤੇ लाल किले ਦੇ ਸਾਹਮਣੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਜਾਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ 1 ਲੱਖ ਰੁਪਏ ਦਾ ਇਨਾਮ ਰੱਖੇ ਜਾਣ ਤੋਂ ਬਾਅਦ 9 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿੱਧੂ ਦੇ ਵਕੀਲ ਨੇ ਅਦਾਲਤ ਵਿੱਚ ਇਹ ਆਖਿਆ ਸੀ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਦੀਪ ਸਿੱਧੂ ਨੇ ਲਾਲ ਕਿਲੇ ਦੇ ਵਿਹੜੇ 'ਚ ਭੀੜ ਇਕੱਠੀ ਕੀਤੀ ਹੈ ਜਾਂ ਲੋਕਾਂ ਨੂੰ ਹਿੰਸਾ ਲਈ ਭੜਕਾਇਆ ਹੈ। ਉਧਰ ਦੀਪ ਸਿੱਧੂ ਨੇ ਵੀ ਆਪਣੀ ਸਫਾਈ 'ਚ ਆਖਿਆ ਸੀ ਕਿ ਮੀਡੀਆ ਦੇ ਇੱਕ ਹਿੱਸੇ ਨੇ ਉਸ ਨੂੰ ਸਾਜ਼ਿਸ਼ਕਰਤਾ ਵਜੋਂ ਪੇਸ਼ ਕੀਤਾ ਹੈ, ਜਦਕਿ ਉਸਨੇ ਅਜਿਹੀ ਕੋਈ ਵੀ ਸਾਜ਼ਿਸ਼ ਨਹੀਂ ਰਚੀ ਸੀ। ਐਸੋਸੀਏਟਡ ਜਰਨਲਜ਼ ਲਿਮਿਟਡ ਮੁੜ ਪਲਾਟ ਵੰਡ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਦੋਸ਼ ਤੈਅ ਕਰ ਦਿੱਤੇ ਗਏ ਨੇ। ਮਾਮਲੇ ਦੀ ਸੁਣਵਾਈ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ 'ਚ ਹੋਈ, ਜਿਸ ਦੇ ਚੱਲਦਿਆਂ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਦਾਲਤ 'ਚ ਪੇਸ਼ ਹੋਏ। ਸੀਬੀਆਈ ਅਦਾਲਤ ਵੱਲੋਂ ਇਸ ਮਾਮਲੇ 'ਚ ਹੁੱਡਾ ਖਿਲਾਫ ਆਈਪੀਸੀ ਦੀ ਧਾਰਾ 420, 120B ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤਹਿਤ ਦੋਸ਼ ਤੈਅ ਕੀਤੇ ਗਏ ਨੇ। ਏਜੀਐਲ ਮੁੜ ਪਲਾਂਟ ਵੰਡ ਮਾਮਲੇ 'ਚ ਦੋਸ਼ ਤੈਅ ਹੋਣ ਤੋਂ ਬਾਅਦ ਅਗਲੀ ਸੁਣਵਾਈ ਦੌਰਾਨ ਮੁੱਖ ਟ੍ਰਾਇਲ ਸ਼ੁਰੂ ਹੋਵੇਗਾ। ਉਧਰ ਦੂਜੇ ਪਾਸੇ ਬਚਾਅ ਪੱਖ ਵੱਲੋਂ ਮਾਮਲੇ 'ਚ ਲਗਾਈ ਗਈ डिस्चार्ज ਦੀ ਅਰਜ਼ੀ ਨੂੰ ਸੀਬੀਆਈ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਮਈ ਨੂੰ ਹੋਵੇਗੀ ਅਤੇ ਇਸ ਸੁਣਵਾਈ ਦੌਰਾਨ ਸੀਬੀਆਈ ਅਦਾਲਤ 'ਚ ਗਵਾਹਾਂ ਦੇ ਬਿਆਨ ਦਰਜ ਹੋਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਏਜੀਐਲ ਮੁੜ ਪਲਾਟ ਵੰਡ ਮਾਮਲੇ ਦੇ ਦੂਜੇ ਮੁੱਖ ਮੁਲਜ਼ਮ ਏਜੀਐਲ ਹਾਊਸ ਦੇ ਚੇਅਰਮੈਨ ਮੋਤੀ ਲਾਲ ਵੋਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਗਲੀ ਖਬਰ ਬਰਨਾਲਾ ਦੀ ਹੈ, ਜਿੱਥੋਂ ਦੇ ਇੱਕ ਪਿੰਡ ਟੱਲੇਵਾਲ ਦੇ ਗੁਰਦੁਆਰਾ ਰਵਿਦਾਸ ਜੀ ਵਿਖੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਗੁਰੂ ਘਰ ਵਿੱਚ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ ਹੋ ਗਿਆ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦਾ ਸਾਰਾ ਸਮਾਨ ਸੜ ਗਿਆ। ਘਟਨਾ ਮੌਕੇ ਉੱਚ ਪੁਲਿਸ ਅਧਿਕਾਰੀ, ਐਸਜੀਪੀਸੀ ਮੈਂਬਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ 5 ਪਿਆਰੇ ਪਹੁੰਚੇ। 5 ਪਿਆਰਿਆਂ ਨੇ ਘਟਨਾ ਲਈ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਅਨੁਸਾਰ ਗ੍ਰੰਥੀ ਸਿੰਘ ਵੱਲੋਂ ਮਰਿਆਦਾ ਅਤੇ ਪ੍ਰਬੰਧ ਵਿੱਚ ਲਾਪਰਵਾਹੀ ਵਰਤੀ ਗਈ ਸੀ। ਗ੍ਰੰਥੀ ਸਿੰਘ ਨੂੰ 18 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਵੀ ਆਖਿਆ ਗਿਆ ਹੈ। ਅਗਨ ਹੋਏ ਸਰੂਪ ਦੀ ਸੇਵਾ ਸੰਭਾਲ ਕਰਕੇ ਅੰਤਿਮ ਸੰਸਕਾਰ ਲਈ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ ਹੈ। ਦੂਜੀ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਫਤਿਹਗੜ੍ਹ ਚੂੜੀਆਂ 'ਚ ਸਥਿਤ ਗੁਰਦੁਆਰਾ ਬੌਲੀ ਸਾਹਿਬ ਵਿਖੇ ਵਾਪਰੀ ਹੈ, ਜਿੱਥੇ ਏਸੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਕੁਝ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਇਸ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ, ਕਿਉਂਕਿ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਟਕੇ ਸਾਹਿਬ, ਰੁਮਾਲੇ ਸਾਹਿਬ ਅਤੇ ਹੋਰ ਕੀਮਤੀ ਸਮਾਨ ਫੁਰਤੀ ਨਾਲ ਬਚਾ ਲਿਆ ਗਿਆ ਸੀ। ਬੀਤੇ ਦਿਨੀ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਕਲਾਕਾਰ ਸਤੀਸ਼ ਕੌਲ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੇ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਹੋਈ। ਅੰਤਿਮ ਅਰਦਾਸ ਵਿੱਚ ਸਰਕਾਰ ਦੇ ਕਿਸੇ ਨੁਮਾਇੰਦੇ, ਕਲਾਕਾਰਾਂ ਜਾਂ ਅਦਾਕਾਰਾਂ ਨੇ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਸਮਝਿਆ। ਜਾਣਕਾਰੀ ਅਨੁਸਾਰ ਸਤੀਸ਼ ਕੌਲ 300 ਤੋਂ ਵੱਧ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਉਹਨਾਂ ਨੇ ਧਾਰਮਿਕ ਨਾਟਕ ਮਹਾਭਾਰਤ ਵਿੱਚ ਇੰਦਰਦੇਵ ਦਾ ਕਿਰਦਾਰ ਵੀ ਨਿਭਾਇਆ ਸੀ ਅਤੇ ਉਹਨਾਂ ਦੇ ਵਿਕਰਮ ਤੇ ਬੇਤਾਲ ਨਾਟਕ ਵਿਚਲੇ ਕਿਰਦਾਰ ਨੂੰ ਵੀ ਦਰਸ਼ਕਾਂ ਨੇ ਖੂਬ ਸਰਾਹਿਆ ਸੀ। ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਦਾਕਾਰ ਸਤੀਸ਼ ਕੌਲ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਪਹਿਲਾਂ ਬਿਮਾਰੀ ਕਰਕੇ ਇੱਕ ਦਹਾਕਾ ਜ਼ਿੰਦਗੀ ਗੁਰਬਤ ਵਿੱਚ ਗੁਜ਼ਰੇਗੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ, ਨਿਰਮਾਤਾ, ਨਿਰਦੇਸ਼ਕ ਜਾਂ ਫਿਰ ਉਹਨਾਂ ਦੇ ਹੋਰ ਸਾਥੀ ਕਲਾਕਾਰ ਵੀ ਸ਼ਾਮਲ ਨਹੀਂ ਹੋਣਗੇ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਬਿਮਾਰੀ ਸਮੇਂ 2019 ਵਿੱਚ 5 ਲੱਖ ਦੀ ਮਾਲੀ ਸਹਾਇਤਾ ਦਿੱਤੀ ਗਈ ਸੀ ਅਤੇ ਉਹਨਾਂ ਨੇ ਸਤੀਸ਼ ਕੌਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਹੋਰ ਤਾਂ ਹੋਰ ਅੰਤਿਮ ਅਰਦਾਸ ਮੌਕੇ ਸਰਕਾਰ ਵੱਲੋਂ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਪਹੁੰਚੇ ਸਨ, ਪਰ ਸਤੀਸ਼ ਕੌਲ ਦੀ ਅੰਤਿਮ ਅਰਦਾਸ ਵਿੱਚ ਸਰਕਾਰ ਵੱਲੋਂ ਕਿਸੇ ਵੀ ਹੋਰ ਨੁਮਾਇੰਦੇ ਦਾ ਨਾਂ ਪੁੱਜਣਾ ਬਹੁਤ ਹੀ ਨਮੋਸ਼ੀਜਨਕ ਹੈ। ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਇਕਲੌਤੇ ਫਿਲਮ ਡਿਸਟ੍ਰੀਬਿਊਟਰ ਸਤਨਾਮ ਸਿੰਘ ਨੇ ਆਖਿਆ ਕਿ ਉਹਨਾਂ ਨੇ ਸਤੀਸ਼ ਕੌਲ ਦਾ ਉਹ ਦੌਰ ਵੀ ਦੇਖਿਆ ਹੈ ਜਦੋਂ ਉਹਨਾਂ ਦੀ ਇੱਕ ਝਲਕ ਪਾਉਣ ਲਈ ਦਰਸ਼ਕ ਉਤਾਵਲੇ ਹੁੰਦੇ ਸਨ, ਪਰ ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸਿਰਫ
ਚੰਦ ਆਮ ਲੋਕਾਂ ਦੇ ਪੁੱਜਣ ਨਾਲ ਉਹਨਾਂ ਨੂੰ ਬਹੁਤ ਧੱਕਾ ਲੱਗਿਆ ਹੈ। ਸਤੀਸ਼ ਕੌਲ ਦਾ ਭਾਵੇਂ ਕੋਈ ਪਰਿਵਾਰਿਕ ਮੈਂਬਰ ਅੰਤਿਮ ਅਰਦਾਸ ਵਿੱਚ ਸ਼ਾਮਿਲ ਨਹੀਂ ਸੀ, ਪਰ ਅੰਤਿਮ ਅਰਦਾਸ ਵਿੱਚ ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਸੰਭਾਲਣ ਵਾਲੀ ਸੱਤਿਆ ਦੇਵੀ ਹਾਜ਼ਰ ਸੀ, ਜਿਸ ਨੇ ਕਿ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਅਤੇ ਸਤੀਸ਼ ਕੌਲ ਦੀਆਂ ਸਾਰੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਨਿਭਾਈਆਂ। ਪੰਜਾਬ ਨੈਸ਼ਨਲ ਬੈਂਕ ਦੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਯੂਕੇ ਦੇ ਗ੍ਰਹਿ ਮੰਤਰੀ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਹ ਲੰਡਨ ਅਦਾਲਤ 'ਚ ਹਵਾਲਗੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਫਰਵਰੀ 'ਚ ਅਦਾਲਤ ਨੇ ਉਸ ਵਿਰੁੱਧ ਲੋੜੀਂਦੇ ਸਬੂਤ ਹੋਣ ਦੀ ਗੱਲ ਸਵੀਕਾਰ ਕਰ ਲਈ ਸੀ ਅਤੇ ਉਸ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ। ਉਸ ਦੀ ਜ਼ਮਾਨਤ ਦੀਆਂ ਕੋਸ਼ਿਸ਼ਾਂ ਨੂੰ ਮੈਜਿਸਟ੍ਰੇਟ ਅਦਾਲਤ ਅਤੇ ਹਾਈ ਕੋਰਟ 'ਚ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਦੇ ਫਰਾਰ ਹੋਣ ਦਾ ਖਤਰਾ ਸੀ। ਨੀਰਵ ਨੇ ਬਚਣ ਲਈ ਅਦਾਲਤ 'ਚ ਮਾਨਸਿਕ ਸਿਹਤ ਦਾ ਹਵਾਲਾ ਦਿੱਤਾ ਸੀ, ਪਰ ਅਦਾਲਤ ਨੇ ਆਖਿਆ ਕਿ ਅਜਿਹੀ ਸਥਿਤੀ 'ਚ ਇਹ ਅਸਧਾਰਨ ਨਹੀਂ ਹੈ। ਜੱਜ ਨੇ ਆਖਿਆ ਕਿ ਨੀਰਵ ਨੂੰ ਮੁੰਬਈ ਦੀ ਅਰਥਰ ਰੋਡ ਜੇਲ੍ਹ ਦੇ ਵਿੱਚ ਇਲਾਜ ਕਰਵਾਉਣ ਅਤੇ ਮਾਨਸਿਕ ਸਿਹਤ ਸੰਭਾਲ ਦਿੱਤੀ ਜਾਵੇਗੀ। ਜੱਜ ਨੇ ਇਹ ਵੀ ਆਖਿਆ ਕਿ ਨੀਰਵ ਨੂੰ ਭਾਰਤ ਭੇਜ ਕੇ ਖੁਦਕੁਸ਼ੀ ਕਰਨ ਦਾ ਕੋਈ ਖਤਰਾ ਨਹੀਂ ਹੈ, ਕਿਉਂਕਿ ਅਰਥਰ ਰੋਡ ਜੇਲ੍ਹ ਵਿੱਚ ਕਾਫੀ ਡਾਕਟਰੀ ਸਹੂਲਤਾਂ ਨੇ। ਇਸ ਸਾਲ ਦੁਨੀਆ ਦੇ ਕਈ ਦੇਸ਼ਾਂ ਵੱਲੋਂ ਕੋਰੋਨਾ ਖਿਲਾਫ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਜਾਪਦਾ ਸੀ ਕਿ 2020 ਚ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ, ਪਰ ਕੋਰੋਨਾ ਦੀ ਤਾਜ਼ਾ ਲਹਿਰ ਨੇ ਅਮਰੀਕਾ, ਬ੍ਰਾਜ਼ੀਲ ਤੇ ਯੂਰਪੀਅਨ ਦੇਸ਼ਾਂ ਤੋਂ ਬਾਅਦ ਭਾਰਤ ਨੂੰ ਬੁਰੀ ਤਰ੍ਹਾਂ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਹੈ। ਭਾਰਤ 'ਚ ਬੀਤੇ 3 ਦਿਨਾਂ ਤੋਂ ਲਗਾਤਾਰ 2 ਲੱਖ ਤੋਂ ਵੀ ਵਧੇਰੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਅੰਕੜਿਆਂ ਮੁਤਾਬਕ ਪਿਛਲੇ ਇੱਕ ਹਫ਼ਤੇ 'ਚ ਦੁਨੀਆ ਦੇ ਕੋਰੋਨਾ ਪੀੜਤਾਂ 'ਚ ਹਰ ਚੌਥਾ ਪੀੜਤ ਭਾਰਤੀ ਹੈ। ਪਿਛਲੇ 7 ਦਿਨਾਂ ਦੌਰਾਨ ਦੁਨੀਆ ਭਰ 'ਚ ਕੋਰੋਨਾ ਦੇ ਕਰੀਬ 51.57 ਲੱਖ ਮਾਮਲਿਆਂ ਦੇ ਵਿੱਚੋਂ 12.29 ਲੱਖ ਮਾਮਲੇ ਭਾਰਤ ਦੇ ਨੇ, ਜੋ ਕਿ ਲਗਭਗ 24% ਬਣਦੇ ਨੇ, ਜਦਕਿ ਦੂਸਰੇ ਸਥਾਨ ਤੇ ਰਹੇ ਅਮਰੀਕਾ 'ਚ ਕਰੀਬ 5 ਲੱਖ, ਬ੍ਰਾਜ਼ੀਲ 'ਚ 4.71 ਲੱਖ, ਤੁਰਕੀ 'ਚ 3.97 ਲੱਖ ਤੇ ਫਰਾਂਸ ਵਿੱਚ 2.48 ਲੱਖ ਮਾਮਲੇ ਸਾਹਮਣੇ ਆਏ ਨੇ। ਪਿਛਲੇ ਇੱਕ ਹਫ਼ਤੇ ਦੌਰਾਨ ਕੋਰੋਨਾ ਨਾਲ ਸਭ ਤੋਂ ਵਧੇਰੇ ਬ੍ਰਾਜ਼ੀਲ 'ਚ 20,667 ਲੋਕਾਂ ਦੀ ਮੌਤ ਹੋਈ ਹੈ, ਜਦਕਿ ਭਾਰਤ ਵਿੱਚ 6,641, ਅਮਰੀਕਾ ਵਿੱਚ 5,093, ਪੋਲੈਂਡ 'ਚ 3,953 ਅਤੇ ਇਟਲੀ 'ਚ 3,076 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਸਿਹਤ ਬਾਰੇ ਖੋਜ ਕਰਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਮੈਡੀਕਲ ਜਰਨਲ ਲੈਂਸਟ ਨੇ ਹਵਾ ਜ਼ਰੀਏ ਤੇਜ਼ੀ ਨਾਲ ਕੋਰੋਨਾ ਮਹਾਮਾਰੀ ਫੈਲਣ ਦਾ ਦਾਅਵਾ ਕਰਦਿਆਂ ਆਖਿਆ ਕਿ ਉਹਨਾਂ ਕੋਲ ਹਵਾ ਨਾਲ ਵਾਇਰਸ ਦੇ ਫੈਲਣ ਦੇ ਪੁਖਤਾ ਸਬੂਤ ਨੇ। ਬਰਤਾਨੀਆ, ਅਮਰੀਕਾ ਅਤੇ ਕੈਨੇਡਾ ਦੇ 6 ਮਾਹਿਰਾਂ ਨੇ ਹਵਾ ਨੂੰ ਵਾਇਰਸ ਫੈਲਾਉਣ ਦੀ ਵੱਡੀ ਵਜ੍ਹਾ ਦੱਸਦਿਆਂ ਆਖਿਆ ਕਿ ਇਸੇ ਲਈ ਲਾਗ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਾਅ ਕੰਮ ਨਹੀਂ ਕਰ ਰਹੇ। ਅਮਰੀਕਾ ਦੀ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਦੇ ਜੋਸੋ ਲੁਈਸ ਜਿਮੇਨੇਜ਼ ਨੇ ਵਿਸ਼ਵ ਸਿਹਤ ਸੰਗਠਨ ਤੇ ਹੋਰ ਸਿਹਤ ਏਜੰਸੀਆਂ ਨੂੰ ਹਵਾ ਰਾਹੀਂ ਫੈਲ ਰਹੇ ਵਾਇਰਸ ਨੂੰ ਰੋਕਣ ਲਈ ਇਸ ਲਾਗ ਦੇ ਫੈਲਣ ਦੇ ਮੰਨੇ ਜਾਂਦੇ ਕਾਰਨਾਂ 'ਚ ਬਦਲਾਅ ਕਰਨ ਲਈ ਆਖਿਆ ਹੈ। ਉਹਨਾਂ ਹਵਾ ਰਾਹੀਂ ਲਾਗ ਦੇ ਸੰਚਾਰ ਵਾਲੇ ਸਬੂਤ ਮੌਜੂਦ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਯੂਕੇ 'ਚ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ ਵਾਲੀ ਟੀਮ ਵੀ ਇਸ ਦਾ ਸਮਰਥਨ ਕਰਦੀ ਹੈ। ਮਾਹਿਰਾਂ ਦੇ ਸੁਪਰ ਸਪਰੈਡਰ ਇਕੱਠਾਂ ਦਾ ਜ਼ਿਕਰ ਕਰਦਿਆਂ ਇੱਕ ਇਵੈਂਟ ਬਾਰੇ ਦੱਸਿਆ ਅਤੇ ਵਾਇਰਸ ਵਾਲੇ ਇੱਕ ਪੀੜਤ ਤੋਂ 53 ਲੋਕਾਂ ਨੂੰ ਲਾਗ ਲੱਗਣ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਲੋਕ ਨਾ ਤਾਂ ਉਸ ਪੀੜਤ ਕੋਲ ਗਏ ਸਨ ਅਤੇ ਨਾ ਹੀ ਉਸ ਨੂੰ ਮਿਲੇ ਸਨ। ਇਸ ਦੇ ਨਾਲ ਹੀ ਮਾਹਿਰਾਂ ਨੇ ਖੁੱਲ੍ਹੇ ਸਥਾਨਾਂ ਦੀ ਬਜਾਏ ਬੰਦ ਸਥਾਨਾਂ ਤੇ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਦਾਅਵਾ ਵੀ ਕੀਤਾ ਹੈ। ਉਹਨਾਂ ਵਾਇਰਸ ਦੇ ਸਾਇਲੈਂਟ ਟ੍ਰਾਂਸਮਿਸ਼ਨ ਨਾਲ ਸਭ ਤੋਂ ਵਧੇਰੇ ਫੈਲਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਲਾਗ ਵਾਲੇ ਕਰੀਬ 40% ਲੋਕ ਅਜਿਹੇ ਨੇ ਜਿਨ੍ਹਾਂ 'ਚ ਸਰਦੀ, ਖੰਘ ਦੇ ਲੱਛਣ ਨਹੀਂ ਪਾਏ ਜਾਂਦੇ। ਦੇਸ਼ ਦੇ ਕੁਝ ਹਿੱਸਿਆਂ 'ਚ ਕੋਰੋਨਾ ਵਾਇਰਸ ਖਿਲਾਫ ਟੀਕਾਕਰਨ ਦੇ ਬਾਵਜੂਦ ਵੀ ਲਾਭਪਾਤਰੀਆਂ ਨੂੰ ਲਾਗ ਲੱਗ ਜਾਣ ਦੀਆਂ ਰਿਪੋਰਟਾਂ ਦਰਮਿਆਨ ਮਾਹਿਰਾਂ ਨੇ ਆਖਿਆ ਕਿ ਕੋਵਿਡ-19 ਟੀਕਾਕਰਨ ਇਸ ਘਾਤਕ ਵਾਇਰਸ ਖਿਲਾਫ ਢਾਲ ਨਹੀਂ ਹੈ, ਪਰ ਲਾਗ ਦੀ ਤੀਬਰਤਾ ਤੇ ਮੌਤ ਦੀ ਸੰਭਾਵਨਾ ਨੂੰ ਘਟਾਉਣ 'ਚ ਸਹਾਇਤਾ ਕਰਦਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਦਿੱਲੀ ਤੇ ਚੇਨਈ ਤੋਂ ਲੈ ਕੇ ਪਟਨਾ ਜਿਹੇ ਦੂਜੀ ਕਤਾਰ ਦੇ ਸ਼ਹਿਰਾਂ ਵਿੱਚ ਵੀ ਟੀਕਾਕਰਨ ਦੇ ਲਾਭਪਾਤਰੀਆਂ ਨੂੰ ਕੋਰੋਨਾ ਵਾਇਰਸ ਲਾਗ ਲੱਗ ਜਾਣ ਦੀਆਂ ਖਬਰਾਂ ਨੇ। ਦਿੱਲੀ ਦੇ ਸਰ ਗੰਗਾ ਰਾਮ ਹਸਪੀਟਲ ਦੇ 37 ਡਾਕਟਰ ਕੋਵਿਡ-19 ਦੀ ਤਾਜ਼ਾ ਲਹਿਰ ਤੋਂ ਪੀੜਤ ਪਾਏ ਗਏ ਨੇ। ਅਪੋਲੋ ਹਸਪਤਾਲ ਦੇ ਡਾਕਟਰ ਅਵਤੇਸ਼ ਬਾਂਸਲ ਨੇ ਦੱਸਿਆ ਕਿ ਇਹ ਟੀਕੇ ਲਾਗ ਦੀ ਤੀਬਰਤਾ ਤੇ ਮੌਤ ਦੀ ਸੰਭਾਵਨਾ ਨੂੰ ਘਟਾਉਂਦੇ ਨੇ ਅਤੇ ਇਹਨਾਂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਪੂਰੀ ਕਾਰਜਕੁਸ਼ਲਤਾ ਮਿਲਦੀ ਹੈ। ਉਧਰ ਕੇਂਦਰ ਨੇ ਕੋਵਿਸ਼ੀਲਡ ਅਤੇ ਕੋਵੈਕਸਿਨ ਦੋਹਾਂ ਟੀਕਿਆਂ ਨੂੰ ਸੁਰੱਖਿਅਤ ਦੱਸਦਿਆਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਆਖਿਆ ਹੈ। ਪੁਣੇ ਸਥਿਤ ਦੇਸ਼ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ CEO ਆਦਾਰ ਪੂਨਾਵਾਲਾ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਗੁਹਾਰ ਲਗਾਈ ਹੈ ਕਿ ਜੇਕਰ ਅਸੀਂ ਕੋਰੋਨਾ ਵਾਇਰਸ ਖਿਲਾਫ ਸੱਚਮੁੱਚ ਹੀ ਗੰਭੀਰ ਹਾਂ ਤਾਂ ਕੱਚੇ ਮਾਲ ਦੀ ਬਰਾਮਦ ਤੇ ਲਗਾਈ ਪਾਬੰਦੀ ਨੂੰ ਹਟਾ ਦਿਓ ਤਾਂ ਜੋ ਵੈਕਸੀਨ ਦਾ ਉਤਪਾਦਨ ਵਧਾਇਆ ਜਾ ਸਕੇ। ਸੀਰਮ ਇੰਸਟੀਚਿਊਟ ਆਫ ਇੰਡੀਆ ਇਸ ਸਮੇਂ ਕੋਰੋਨਾ ਵਾਇਰਸ ਰੋਕੂ ਟੀਕਾ ਕੋਵਿਸ਼ੀਲਡ ਤਿਆਰ ਕਰ ਰਹੀ ਹੈ, ਜਿਸ ਨੂੰ ਕਿ ਐਸਟਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ। ਕੋਵਿਸ਼ੀਲਡ ਸਿਰਫ ਭਾਰਤ 'ਚ ਨਹੀਂ ਵਰਤਿਆ ਜਾ ਰਿਹਾ, ਬਲਕਿ ਇਸ ਦਾ ਕਈ ਦੇਸ਼ਾਂ 'ਚ ਨਿਰਯਾਤ ਕੀਤਾ ਜਾ ਰਿਹਾ ਹੈ।
ਪੂਨਾਵਾਲਾ ਨੇ ਇਸ ਤੋਂ ਪਹਿਲਾਂ ਮੰਨਿਆ ਸੀ ਕਿ ਨੌਕਰਸ਼ਾਹੀ ਅਤੇ ਸਰਕਾਰ ਨਾਲ ਜੁੜੀਆਂ ਰੁਕਾਵਟਾਂ ਕਾਰਨ SII ਨੂੰ ਲੋੜੀਂਦੇ ਟੀਕੇ ਬਾਹਰ ਭੇਜਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਮੁੜ ਅਮਰੀਕਾ ਦੇ ਇੰਡੀਆਨਾਪੋਲਿਸ ਸ਼ਹਿਰ 'ਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਵੀ ਹੋਏ ਨੇ। ਮਰਨ ਵਾਲਿਆਂ ਵਿੱਚ 4 ਸਿੱਖ ਦੱਸੇ ਜਾ ਰਹੇ ਨੇ। ਇਸ ਗੋਲੀਬਾਰੀ ਵਿੱਚ ਮਰਨ ਵਾਲੇ 4 ਸਿੱਖਾਂ 'ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਿਲ ਸੀ। ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਦੀ ਬੁਲਾਰਨ ਜੇਨੀ ਕੁਕ ਨੇ ਦੱਸਿਆ ਕਿ ਇਹ ਘਟਨਾ ਇੰਡੀਆਨਾਪੋਲਿਸ 'ਚ ਹਵਾਈ ਅੱਡੇ ਦੇ ਕੋਲ ਮਿਰਾਬਲ ਰੋਡ 9951 ਸਥਿਤ ਫੈਡਐਕਸ ਕੰਪਨੀ ਦੇ ਵੇਅਰਹਾਊਸ 'ਚ ਹੋਈ ਹੈ। ਇਸ ਘਟਨਾ ਤੋਂ ਬਾਅਦ ਲੋਕ ਗੁੱਸੇ 'ਚ ਆ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਜ਼ਖਮੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਖਿਆ ਕਿ ਜਿਨ੍ਹਾਂ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਨਹੀਂ ਹੋ ਰਹੀ, ਉਹ ਘਟਨਾ ਸਥਾਨ ਤੋਂ ਲਗਭਗ 1 ਮੀਲ ਦੂਰ ਸਥਿਤ ਹੋਟਲ 'ਚ ਪਹੁੰਚ ਜਾਣ। ਉਹਨਾਂ ਦੇ ਆਪਣਿਆਂ ਦੀ ਭਾਲ ਕਰਨ 'ਚ ਪੁਲਿਸ ਉਹਨਾਂ ਦੀ ਮਦਦ ਕਰੇਗੀ। ਪੁਲਿਸ ਮੁਤਾਬਕ ਬੀਤੀ ਰਾਤ 11 ਵਜੇ 19 ਸਾਲਾ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜੋ ਖੁਦ ਪਹਿਲਾਂ ਇਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਪੁਲਿਸ ਅਨੁਸਾਰ ਉਸਨੇ ਆਪਣੀ ਕਾਰ 'ਚੋਂ ਨਿਕਲਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਵਿੱਚ ਉਸਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਘਟਨਾ ਨੂੰ ਦੇਸ਼ ਲਈ ਸ਼ਰਮਿੰਦਗੀ ਦੱਸਦਿਆਂ ਆਖਿਆ ਕਿ ਇਹ ਸਭ ਹੁਣ ਖਤਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਗੋਲੀਬਾਰੀ ਦੀ ਘਟਨਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਸਵਲੀਨ ਕੌਰ ਜਸੜ ਨੂੰ ਦਿਓ ਆਗਿਆ। ਧੰਨਵਾਦ।